कैथोलिक कलीसिया की मसीही तालीम क्या है, जानेंगे इनको और भी करीब से। हमारा खास कार्यक्रम कैटेकिज्म ऑफ द कैथोलिक चर्च में। जय यीशु की आवाज़ से प्रार्थना करिए। प्यारे प्रभु जी, ਅਸੀਂ ਤੇਰਾ ਧੰਨਵਾਦ ਤੇ ਸ਼ੁਕਰ ਕਰਦੇ ਹਾਂ, ਤੇਰੀ ਆਰਾਧਨਾ ਵੱਡੀ ਮਹਿਮਾ ਕਰਦੇ ਹਾਂ। ਪਿਆਰੇ ਪ੍ਰਭੂ ਜੀ, ਅਸੀਂ ਜੋ ਪ੍ਰਗਟਾਵਾ ਤੇਰੇ ਤੋਂ ਹੁਆ ਹੈ ਸਾਡੀ ਭਲਾਈ ਦੇ ਲਈ, ਤਾਂ ਕਿ ਅਸੀਂ ਵਿਸ਼ਵਾਸ ਕਰੇ ਅਤੇ ਵਿਸ਼ਵਾਸ ਦੇ ਰਾਹੀਂ ਮੁਕਤੀ ਪ੍ਰਾਪਤ ਕਰੇ। ਅਸੀਂ ਉਹਨਾਂ ਗੱਲਾਂ ਵੱਲ ਧਿਆਨ ਰੱਖਦੇ ਹਾਂ ਜੋ ਤੇਰੇ ਇਕਲੌਤੇ ਪੁੱਤਰ ਤੇਰਾ ਵਚਨ ਸ਼ਬਦ ਦੇਹਧਾਰੀ ਹੋ ਕੇ ਮਨੁੱਖ ਬਣਾ ਹੈ। ਇਹਨਾਂ ਭੇਦਾਂ ਉੱਤੇ ਜਦੋਂ ਅਸੀਂ ਮਨਨ ਚਿੰਤਨ ਕਰਦੇ ਹਾਂ, ਵਿਚਾਰ ਰੱਖਦੇ ਹਾਂ, ਪ੍ਰਭੂ ਜੀ ਸਾਨੂੰ ਰੋਸ਼ਨੀ ਪ੍ਰਦਾਨ ਕਰ, ਪਵਿੱਤਰ ਆਤਮਾ ਨਾਲ ਸਾਨੂੰ ਭਰ ਦੇ, ਤਾਂ ਕਿ ਉਹਨਾਂ ਗੱਲਾਂ ਨੂੰ ਅਸੀਂ ਸਮਝ ਸਕੀਏ ਜੋ ਸਾਡੇ ਲਈ ਜਾਣਨਾ ਜ਼ਰੂਰੀ ਹੈ, ਅਤੇ ਉਹਦੇ ਰਾਹੀਂ ਅਸੀਂ ਆਪਣੇ ਵਿਸ਼ਵਾਸ ਦੇ ਜੀਵਨ ਵਿੱਚ ਅੱਗੇ ਵੱਧ ਸਕੀਏ। ਅਸੀਂ ਇਹ ਮੰਗਦੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਪਿਆਰਿਓ, ਅਸੀਂ ਇਹ ਵਿਚਾਰ ਕਰ ਰਿਹਾ ਸੀ ਕਿ ਖੁਦਾ ਦਾ ਇਕਲੌਤਾ ਬੇਟਾ ਮਨੁੱਖ ਬਣਾ ਹੈ। ਅਸੀਂ ਇਹਦੇ ਬਾਰੇ ਵਿਚਾਰ ਕੀਤਾ, ਖੁਦਾ ਦਾ ਪੁੱਤਰ ਮਨੁੱਖ ਕਿਉਂ ਬਣਿਆ ਹੈ। ਵੱਖ ਵੱਖ ਮਕਸਦ ਸਿੱਖਿਆ ਸੀ, ਅਤੇ ਉਸਨੇ ਸਾਡੇ ਲਈ ਸਭ ਤੋਂ ਪਹਿਲਾਂ ਸਾਨੂੰ ਪਾਪਾਂ ਤੋਂ ਛੁਡਾਉਣ ਲਈ, ਸਾਡੇ ਪਾਪਾਂ ਦੇ ਲਈ ਕੁਫਾਰਾ ਛਡਾਉਣ ਦੇ ਲਈ, ਅਤੇ ਸਾਡੇ ਲਈ ਪਿਆਰ ਦੀ ਖਾਤਰ ਨਾਲੇ ਉਹ ਸਾਨੂੰ ਆਪਣੇ ਜ਼ਿੰਦਗੀ ਦਾ ਨਮੂਨਾ ਵਿਖਾਇਆ ਹੈ। ਸਾਨੂੰ ਖੁਦਾਈ ਸੁਭਾਅ ਦੇ ਵਿੱਚ ਭਾਗੀਦਾਰ ਬਣਾਉਣਾ ਚਾਹਾ। ਇਸੇ ਤਰ੍ਹਾਂ ਖੁਦਾ ਸਵਰਗ ਤੋਂ ਉਤਰ ਕੇ ਇਸ ਸੰਸਾਰ ਦੇ ਵਿੱਚ ਆਇਆ। ਸੰਤ ਯੂਹੰਨਾ ਅੰਜੀਲ ਦੇ ਪਹਿਲੇ ਬਾਬ ਦੀ 14 ਵਿੱਚ ਕਹਿੰਦਾ ਹੈ, The word became flesh। ਕਲੀਸਿਆ ਇਸ ਨੂੰ ਲੈ ਕੇ ਸਾਨੂੰ ਸਮਝਾਉਂਦਾ ਹੈ ਇਨਕਾਰਨੇਸ਼ਨ। ਇਨਕਾਰਨੇਸ਼ਨ ਦਾ ਮਤਲਬ ਕਾਰਨੇ ਫਲੈਸ਼ ਹੈ, ਮਾंस ਹੈ। ਖੁਦਾ ਮਨੁੱਖ ਬਣਾ ਹੈ, ਖੁਦਾ ਦੇ ਸ਼ਬਦ ਮਨੁੱਖ ਬਣਾ। ਖੁਦਾ ਦਾ ਇਕਲੌਤਾ ਪੁੱਤਰ ਸਾਡੇ ਵਾਂਗ ਇੱਕ ਇਨਸਾਨ ਬਣ ਕੇ ਇਸ ਸੰਸਾਰ ਦੇ ਵਿੱਚ ਆਇਆ। ਇਸ ਨੂੰ ਅਸੀਂ ਸਮਝਦੇ ਹਾਂ, ਕਲੀਸਿਆ ਸਾਨੂੰ ਸਮਝਾਉਂਦਾ ਹੈ, ਖੁਦਾ ਦਾ ਬੇਟਾ ਮਨੁੱਖੀ ਸਰੀਰ ਨੂੰ ਸਵੀਕਾਰ ਕੀਤਾ ਹੈ। ਹੀ ਅਸਿਊਮਡ ਹਿਊਮਨ ਨੇਚਰ, ਤਾਂ ਕਿ ਇਸ ਮਨੁੱਖੀ ਸੁਭਾਅ ਦੇ ਵਿੱਚ ਮਾਨਵ ਜਾਤੀ ਦੀ ਮੁਕਤੀ ਹਾਸਲ ਕਰੀ। ਇਸੇ ਮਕਸਦ ਨਾਲ ਉਸਨੇ ਸਾਡੇ ਸਰੀਰ ਉਸਨੇ ਅਪਣਾਇਆ, ਸਰੀਰ ਧਾਰ ਲਿਆ ਹੈ। ਸੰਤ ਪੌਲਸ ਫਿਲਿਪੀਆਂ ਨੂੰ ਲਿਖਦੇ ਹੋਏ ਇਹ ਸਾਨੂੰ ਕਹਿਣਗੇ, ਦੂਸਰੇ ਬਾਬ ਦੇ ਵਿੱਚ ਕਹਿਣਗੇ ਕਿ ਖੁਦਾ ਹੁੰਦੇ ਹੋਏ ਵੀ ਉਸਨੇ ਆਪਣੇ ਖੁਦਾਈ ਸੁਭਾਅ ਨੂੰ ਪਕੜ ਕੇ ਬੈਠਣਾ ਨਹੀਂ ਚਾਹਾ, ਸਗੋਂ ਉਹ ਆਪਣੇ ਆਪ ਨੂੰ ਖਾਲੀ ਕਰ ਦਿਆ ਅਤੇ ਇੱਕ ਦਾਸ ਦੀ ਰੂਪ ਧਾਰ ਲਿਆ। He became one like us। ਤੇ ਇੱਕ ਇਨਸਾਨ ਬਣ ਕੇ ਉਸਨੇ ਆਪਣੇ ਆਪ ਨੂੰ ਹਲੀਮ ਬਣਾਇਆ, ਤਾਬਿਆਦਾਰ ਬਣਾਏ, ਮੌਤ ਤੱਕ ਅਤੇ ਸਲੀਬੀ ਮੌਤ ਤੱਕ। ਇਬਰਾਨੀਆਂ ਦੇ ਗ੍ਰੰਥ ਦੇ ਵਿੱਚ ਵੀ ਅਸੀਂ ਇਹ ਸੁਣਦੇ ਹਾਂ, ਉਹਦੇ 10 ਬਾਬ ਦੀ 5 ਤੋਂ 7 ਵਿੱਚ, ਕਿ ਖੁਦਾ ਕਹਿੰਦਾ ਹੈ, ਮੈਂ ਕੁਰਬਾਨੀਆਂ ਅਤੇ ਚੜਾਵਿਆਂ ਨਹੀਂ ਚਾਹੁੰਦਾ ਹਾਂ। ਜ਼ਬੂਰ ਦੇ ਵਿੱਚੋਂ ਨਿਕਲ ਕੇ ਕਹੇਗਾ, ਪਰ ਮੈਂ ਇੱਕ ਸਰੀਰ ਤਿਆਰ ਕੀਤਾ ਹੈ। ਤਦ ਮੈਂ ਕਿਹਾ
मैं हाज़र हाँ, मैं तेरी मर्जी पूरा करन दे लई हाज़र होया हाँ। तो एक शरीर खुदा ने तैयार किया। असी इस दे बारे सोचते हाँ। मनुखी शरीर धारण लई खुदा ने बाबा आदम अते माई हवा दे नाल कीते वायदे मुताबिक औरत तो जन्म लेने वाला संतान जो शैतान दी सिर फाड़नगे, एक औरत नूं खुदा ने तैयार किया अते इस औरत तो उसने शरीर धार लिया है। गलातियां नूं लिखदे संत पौलुस इसी करके सच्चाई कहणगे, उसने एक औरत तो जन्म लिया है। मतलब यही है कि खुदा सच में इंसान बन के आया है। कई समय दे विच इस तरह की गल गलत सिक्खियावां कलीसिया दे विच फैलन लगा कि प्रभु यीशु मसीह केवल मनुखी रूप दे विच दिखाई दिता, असल विच मड़िया नहीं बना है, असल विच इंसान नहीं बना है। संत यूहन्ना अपने चिट्ठी विच इस दे बारे कहणगे कि ये वो एंटी क्राइस्ट है या मसीह दे विरोधी है जो कहता है कि यीशु शरीर दे विच नहीं आया है। यीशु पूर्ण तौर पर मनुख बन के आया है। इसका मतलब यह है कि अपने खुदाई स्वभाव अपने विच रखते हुए उसने पूर्ण तौर पर एक मनुख बन के आया। इस दे बारे कई लोगों ने ये भी सिक्ख्या देन लगा कि जेकर उसने मनुख बना है तो फिर ये मनुखी शरीर जो है, हो सकता है कि इस मनुखी शरीर नूं अपना के उसनों बाद में खुदा बनाया है, तो बाद में फिर वो मनुखी शरीर नहीं रह गया है। कलीसिया इस तरह दिया सारे सिक्ख्यावां दी खंडन करते हुए सानू समझाउंदा है कि प्रभु यीशु मसीह पूर्ण तौर ते खुदा अते पूर्ण तौर ते इंसान। ये भी नहीं कि अद्धा इंसान अते अद्धा खुदा, ऐसे नहीं। पूर्ण तौर ते खुदा है अते उसे टाइम पूर्ण तौर ते वो इंसान बना। पूर्ण तौर ते खुदा है, खुदा बाप तो उत्पन्न है आदि तो ही। मैं आदि अते अंत हाँ प्रभु जो कहता है, अल्फा ते ओमेगा कहता हाँ। दा मतलब आदि अते अंत यानी शुरुआत अते आखिरी सब मैं हाँ। आदि तो ही है, दा मतलब बदला नहीं है, खुदा बदलता नहीं है, हमेशा तिक रहन वाला है खुदा। बिना आरंभ दी है खुदा, विथआउट ए बिगिनिंग गॉड इज ऑलवेज इज। खुदा हमेशा रहन वाला है। तो खुदा ऐसे भी नहीं है कि पहले वो खुदा था अते बाद में वो इंसान बना तो खुदा ही स्वभाव खत्म हो गया, नहीं, खुदा ही स्वभाव रहा। कुछ ये कहेंगे कि जदों प्रभु यीशु ने मनुखी शरीर स्वीकार किया है, कुछ कहेगा वो मसीहा तब होया है जदों बपतिस्मा यूहन्ना कोलों लिया है, तद खुदा ने उसनों मसीहा बनाया। उतने देर तक वो साधारण इंसान सी। ये भी गलत सिक्ख्या है। खुदा माँ मरियम दी गर्भ दे विच आउण दे उस समय तो लेके वो पूर्ण तौर ते खुदा अते इंसान है, कोई अंदर नहीं। पूर्ण तौर पे वो इंसान है। जेकर वो पूर्ण तौर पे इंसान नहीं है तो फिर इंसान दे कर्जा वो चुक नहीं सकते। तो इसी करके कलीसिया दियाँ जो सिक्खियावां हैं संत लोगां दे राही, कलीसिया दे विद्वानां दे राही सानू जो समझाउंदा यही है, जेकर प्रभु यीशु मसीह खुदा दा इकलौता पुत्र समय दे पूर्ति दे विच
एक कुवारी तो जन्म लिया है। उसने मनुख बन के इस संसार दे विच आया है। ये जिस तरह जिब्राइल फरिश्ते ने मरियम नू कहा है, ये खुदा दा पुत्र अखवाएगा। ये खुदा दा पुत्र है। खुदा दा पुत्र मरियम तो जन्म लिया है। खुदा दा पुत्र होने के नाते वो खुदा है। तो इसी करके मरियम जो प्रभु यीशु दी माँ है वो खुदा दी माँ इसी करके है, क्योंकि पुत्र नू मरियम दे राही इस संसार दे विच कल दिता है। मरियम उसने कुख दे विच उसनू धारण किया अते जन्म दिता है, अते मरियम कोलों यीशु शरीर स्वीकार करके मनुख बने। इसी करके माता मरियम यीशु दी माँ, खुदा दी माँ कह के असी पुकारते हाँ, सन्मान करते हाँ, आदर करते हाँ। यीशु दी माँ साड़ी भी माँ है, क्योंकि असी यीशु मसीह दे शरीर दे अंग हाँ। इसी करके बपतिस्मे दे राही प्रभु यीशु मसीह दे शरीर दे अंग होने के नाते असी जिवें यीशु अपनी माँ नू माँ कह के पुकारेगा, इसी तरह असी भी यीशु दी माँ नू अपनी माँ कह के पुकारते हाँ, मदद मंगते हाँ। प्रभु यीशु मसीह दे इस खुदाई सुभाव अते मनुखी सुभाव के बारे काफ़ी चर्चा आदि कलीसिया दे विच हुई है। तो ये किस तरह है, ये किस तरह हो सकता है, खुदा किस तरह अपने आप को इंसान बना सकता है, इतना छोटा कैसे हो सकता है, इसी दे बारे सिक्ख्या दिंदे हुए काउंसिल कॉन्स्टेंटिनोपल दे काउंसिल दे विच 553 दे विच उन्होंने कहा ये है इसनो हाइपोस्टासिस, एक ही हाइपोस्टासिस, यानी खुदा अते इंसान ये दोनों अलग अलग व्यक्ति नहीं हैं। एक यीशु मसीह मनुख, एक यीशु मसीह खुदा, ऐसे अलग अलग नहीं। ये हाइपोस्टैटिक यूनियन है। मनुखी स्वभाव को खुदा ने अपना के एक ही प्रभु यीशु जो शरीर धार के आया, खुदा इसी करके मनुख बना। यही कारण है कि असी यीशु दी माँ नू खुदा दी माँ, प्रभु यीशु दी माँ नू असी कहते हाँ। ते जेड़ा सलीब ते चढ़ाया गया है वो इसी करके खुदा नू सूली उत्ते चढ़ाया गया है। यीशु खुदा है, खुदा दा पुत्र है, अते जो शरीर दे विच अपने दुख सहा है, सलीब उत्ते किलां दे नाल मार के लड़काए हुए प्रभु यीशु अपने जीवन कुर्बान किया है। केवल मनुखी शरीर विच नहीं, खुदा, क्योंकि ये दोनों एक ही है, दो अलग अलग व्यक्ति नहीं, एक ही है। इसी करके खुदा दी इस कुर्बानी साढ़े वालों प्रभु यीशु ने जो कुर्बानी चढ़ाया, यो इसी करके खुदा बाप नू प्रसन्न हुंदा है, क्योंकि बेगुनाही हालत विच खुदा दे इकलौता पुत्र साढ़े मानव शरीर स्वीकार करके सानू पाप तो बचाया है, खुदा दे नाल मेल कराया है, स्वर्गी जीवन के लिए सानू योग बनाया है। तो असी ये समझ सकते हाँ कि खुदा जो हमेशा तक रहन वाला खुदा है, उसने स्वर्ग तो अपनी खुदाई स्वभाव नू छड़ के साढ़े विचकार आके मनुख बन के साड़ी जो मरणहार शरीर नू अमरता दी जीवन दिता है। जदों मसीह प्रभु यीशु मसीह उत्ते विश्वास रखे, मसीह दे नाल जदों जुड़ जाते हाँ, सानू यीशु मसीह दे नाल मौत उत्ते जित प्राप्त हुंदा है, क्योंकि उसने खुदा हुंदे हुए मनुख बन के मनुखी शरीर दे विच पाप दी जो सज़ा है अपनाया, मौत स्वीकार किया, पर तीसरे दिन मुर्दियां विचों वो जी उठिया है। जी उठे प्रभु ने विश्वासियां नू अपने आप दिखाया,
ਅਤੇ ਇਹ ਖੁਸ਼ਖਬਰੀ ਸਭ ਲੋਕਾਂ ਨੂੰ ਸੁਣਾਉਣ ਦੇ ਲਈ ਕਿਹਾ। ਅਸੀਂ ਇਸ ਕਰਕੇ ਇਹ ਜੋ ਸੱਚਾਈ ਹੈ ਸਮਝਣਾ ਹੈ। ਸਾਡੇ ਜੋ ਕਲਾਸ ਹੈ ਇਸ ਦੇ ਬਾਰੇ ਯीशु मसीह ਦੇ ਬਾਰੇ, ਤੇ ਯीशु मसीह ਮਨੁੱਖ ਬਣਾ ਹੈ, ਇਨਕਾਰਨੇਟ ਹੈ, ਯਾਨੀ खुदा मनुख बना है ਅਤੇ सच में वो मनुख बना है, पूर्ण तौर ਤੇ ਉਹ ਮਨੁੱਖ ਬਣਾ। ਇਨਸਾਨ ਦੀ ਆਤਮਾ ਅਤੇ ਸਰੀਰ ਪ੍ਰਭੂ ਯੀਸ਼ੂ ਦੇ ਵਿੱਚ ਅਤੇ ਉਸ ਦੇ ਨਾਲ ਹੀ ਨਾਲ ਉਹ ਪੂਰਨ ਤੌਰ ਤੇ ਖੁਦਾ ਹੈ ਅਤੇ ਖੁਦਾ ਹੋਣ ਦੇ ਨਾਤੇ ਪ੍ਰਭੂ ਯੀਸ਼ੂ ਮਸੀਹ ਬਹੁਤ ਸਾਰੇ ਜੋ ਕੰਮ ਹੈ, ਇਹ ਮੁਕਤੀ ਦਾ ਜੋ ਕੰਮ ਹੈ, ਇਸੇ ਕਰਕੇ ਉਹ ਸਾਡੇ ਲਈ ਉਹ ਪੂਰਾ ਕਰਦਾ ਹੈ। ਪੂਰਨ ਮਨੁੱਖ ਬਣ ਕੇ ਖੁਦਾ ਸਾਡੇ ਵਿੱਚ ਰਹਿ ਕੇ ਸਾਡੇ ਉद्धार ਕੀਤਾ, ਸਾਨੂੰ ਅਪਣਾਇਆ ਅਤੇ ਸਾਨੂੰ ਖੁਦਾ ਦੇ ਸੰਤਾਨ ਬਣਾਇਆ ਹੈ। ਅਸੀਂ ਇਸ ਕਰਕੇ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਇਹ ਜੋ ਭੇਦ ਜਿਹੜੀ ਹੈ ਇਸ ਨੂੰ ਸਮਝਣਾ ਮੁਸ਼ਕਿਲ ਹੈ। खुदा दी आत्मा की अगवाई तो बगैर ठीक तरीके नाल कोई इसनों समझ नहीं पाएंगे। यही कारण है कि इतिहास में बहुत सारे लोग गलत तरीके नाल इसनों समझ के गलत सिखियावां लोगों के सामने भी पेश किया हुआ है। पर कलीसिया सानू समझाउंदा है। कलीसिया दे नाल हमेशा तिक रहन दी वायदा प्रभु ने किया है ਤੇ ਪਵਿੱਤਰ ਆਤਮਾ ਦੀ ਅਗਵਾਈ ਹੇਠ ਕਲੀਸਿਆ ਚੱਲਦਾ ਹੈ। ਤੇ ਕਲੀਸਿਆ ਇਕੱਲੇ ਇੱਕ ਵਿਅਕਤੀ ਨਹੀਂ, ਸਾਰੇ ਵਿਸ਼ਵਾਸ ਸੰਗਤ ਮਿਲ ਕੇ ਉਸ ਦੀ ਅਗਵਾਈ ਸੰਤ ਪਾਪਾ ਤੇ ਬਿਸ਼ਪ ਸਾਹਿਬਾਨਾ ਪੁਰੋਹਿਤਾਂ ਇਹਨਾਂ ਦੀ ਅਗਵਾਈ ਹੇਠ ਕਲੀਸਿਆ ਹੈ। ਤੋ ਇਸੇ ਕਰਕੇ ਸਾਰੀ ਕਲੀਸਿਆ ਦੇ ਨਾਲ ਖੁਦਾ ਸਾਡੀ ਅਗਵਾਈ ਕਰਦਾ ਹੈ ਅਤੇ ਇਸ ਤਰ੍ਹਾਂ ਦੀ ਭਟਕਾਉਣ ਵਾਲੀ ਸਿੱਖਿਆ ਤੋਂ ਸਾਨੂੰ ਬਚ ਕੇ ਰਹਿਣ ਦੇ ਲਈ ਸਾਨੂੰ ਸਮਝਾਉਂਦਾ ਹੈ ਕਿ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਪ੍ਰਭੂ ਦੇ ਬਾਰੇ ਠੀਕ ਤਰੀਕੇ ਦੇ ਨਾਲ ਇਹਨਾਂ ਸਭ ਗੱਲਾਂ ਨੂੰ ਸਮਝੀਏ। ਤੇ ਅੱਜ ਜਿਹੜੀਆਂ ਗੱਲਾਂ ਅਸੀਂ ਸੋਚ ਵਿਚਾਰ ਕੀਤਾ ਉਹ ਯਹੀ ਹੈ ਕਿ ਖੁਦਾ ਮਨੁੱਖ ਬਣਾ ਹੈ, ਇਨਸਾਨ ਬਣਾ ਹੈ, ਮਾਂਸ ਬਣਾ ਹੈ ਅਤੇ ਉਹ ਸਾਡਾ ਸਰੀਰ ਸਵੀਕਾਰ ਕਰਕੇ ਆਪਣੇ ਸਰੀਰ ਦੇ ਵਿੱਚ ਸਾਰੇ ਮਾਨਵ ਜਾਤੀ ਦੇ ਲਈ ਕੁਫਾਰਾ ਚੁੱਕਿਆ, ਕੁਰਬਾਨੀ ਚੜਾਏ ਅਤੇ ਇਹ ਜੋ ਕੁਰਬਾਨ ਹੋਇਆ ਹੈ ਇਹ ਸੱਚ ਵਿੱਚ ਖੁਦਾ ਦਾ ਪੁੱਤਰ ਹੈ। ਜਿਸ ਤਰ੍ਹਾਂ ਜੋ ਸੈਨਾਪਤੀ ਨੇ ਆਖਰ ਦੇ ਵਿੱਚ ਕਿਹਾ, ਸੱਚ ਵਿੱਚ ਇਹ ਖੁਦਾ ਦਾ ਪੁੱਤਰ ਸੀ। ਇਸ ਗੱਲ ਨੂੰ ਉਸ ਸਮੇਂ ਲੋਕ ਸਮਝ ਨਹੀਂ ਪਾਏ, ਪਰ ਪ੍ਰਭੂ ਯੀਸ਼ੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪੰਦਕੁਸਤਾ ਦੇ ਤਿਉਹਾਰ ਤੋਂ ਬਾਅਦ ਚੇਲਿਆਂ ਨੂੰ ਉਹਨਾਂ ਨੇ ਮਜ਼ਬੂਤ ਕੀਤਾ ਅਤੇ ਉਹਨਾਂ ਦੇ ਜ਼ਰੀਏ ਜੋ ਸਿੱਖਿਆਵਾ ਮਿਲਦਾ ਹੈ ਕਲੀਸਿਆ ਦੀ ਸਥਾਪਨਾ ਅਤੇ ਉਸ ਤੋਂ ਬਾਅਦ ਵਿਸ਼ਵਾਸ ਦੀ ਸੰਗਤ ਨੂੰ ਇਸ ਮੁਕਤੀ ਵੱਲ ਲੈ ਕੇ ਆਉਣ ਦੀ ਜੋ ਕੰਮ ਹੈ ਪਵਿੱਤਰ ਆਤਮਾ ਦੀ ਅਗਵਾਈ ਵਿੱਚ ਚੱਲਦੇ ਰਹਿੰਦਾ ਹੈ। ਅਸੀਂ ਵੀ ਪ੍ਰਾਰਥਨਾ ਕਰੀਏ ਕਿ ਅਸੀਂ ਵਿਸ਼ਵਾਸ ਦੀਆਂ ਇਹਨਾਂ ਗੱਲਾਂ ਨੂੰ ਕਲੀਸਿਆ ਦੇ ਨਾਲ ਮਿਲ ਕੇ ਸਮਝੀਏ ਅਤੇ ਕਲੀਸਿਆ ਨਾਲ ਮਿਲ ਕੇ ਆਪਣੇ ਜ਼ਿੰਦਗੀ ਬਿਤਾ ਸਕੀਏ। ਆਓ ਅਸੀਂ ਪ੍ਰਾਰਥਨਾ ਕਰਾਂਗੇ। ਪਿਆਰੇ ਪ੍ਰਭੂ ਜੀ, ਅਸੀਂ ਧੰਨਵਾਦ ਤੇ ਸ਼ੁਕਰ ਕਰਦੇ ਹਾਂ, ਤੇਰੀ ਵਡਿਆਈ ਮਹਿਮਾ ਕਰਦੇ ਹਾਂ। ਪਿਆਰੇ ਖੁਦਾ, ਤੂੰ ਸਾਡੇ ਲਈ ਪਿਆਰ ਦੀ ਖਾਤਰ ਸੁਰਗ ਤੋਂ ਉਤਰ ਕੇ ਸੰਸਾਰ ਦੇ ਵਿੱਚ ਆਏ, ਸਾਡੇ ਵਾਂਗ ਪੂਰਨ ਤੌਰ 'ਤੇ ਇਨਸਾਨ ਬਣ ਕੇ ਮਨੁੱਖੀ ਸਰੀਰ ਧਾਰ ਕੇ ਤੂੰ ਆਇਆ ਤਾਂ ਕਿ ਸਾਡੇ ਸਰੀਰ ਅਤੇ ਸਾਡੇ ਜੀਵਨ ਦੇ ਵਿੱਚ ਜੋ ਵੀ ਕਮੀ ਹੈ ਉਸ ਦੇ ਲਈ ਕੁਫਾਰਾ ਕਰ ਸਕੀਏ। ਪ੍ਰਭੂ ਜੀ, ਤੂੰ ਸਾਡੇ ਵਾਂਗ ਇਨਸਾਨ ਬਣ ਕੇ ਸਾਡੇ ਪਾਪਾਂ ਦੀ ਭਾਰ ਆਪਣੇ 'ਤੇ ਲਿਆ ਅਤੇ ਸੂਲੀ ਉੱਤੇ ਕੁਰਬਾਨ ਹੋ ਕੇ ਸਾਨੂੰ ਮੁਕਤੀ ਦਿਵਾਇਆ ਹੈ। ਅਸੀਂ ਤੇਰੇ 'ਤੇ ਵਿਸ਼ਵਾਸ ਰੱਖਦੇ ਹਾਂ ਅਤੇ ਜੋ ਮੁਕਤੀ ਤੂੰ ਸਾਡੇ ਲਈ ਹਾਸਲ ਕੀਤਾ ਹੈ ਉਸ ਨੂੰ ਸਵੀਕਾਰ ਕਰਦੇ ਹਾਂ। ਅਸੀਂ ਮੰਨਦੇ ਹਾਂ ਕਿ ਤੂੰ ਕੁਆਰੀ ਮਰੀਅਮ ਤੋਂ ਜਨਮ ਲਿਆ ਅਤੇ ਸਾਨੂੰ ਮੁਕਤੀ ਦਿੱਤਾ ਹੈ। ਅਸੀਂ ਇਸੇ ਕਰਕੇ ਪ੍ਰਭੂ ਜੀ ਤੇਰੇ ਨਾਲ ਮਿਲ ਕੇ ਖੁਦਾ ਨੂੰ ਸਾਡਾ ਪਿਤਾ ਕਹਿ ਕੇ ਪੁਕਾਰ ਸਕਦੇ ਹਾਂ। ਮਾਂ ਮਰੀਮ ਨੂੰ ਅਸੀਂ ਆਪਣੀ ਮਾਂ ਕਹਿ ਕੇ ਪੁਕਾਰ ਸਕਦੇ ਹਾਂ
ਅਤੇ ਮਾਂ ਦੀ ਮਦਦ ਨਾਲ ਅਸੀਂ ਖੁਦਾ ਦੀ ਹਜ਼ੂਰੀ ਦੇ ਵਿੱਚ ਸੁਰਗੀ ਜੀਵਨ ਦੇ ਲਈ ਤਿਆਰ ਹੋ ਕੇ ਆਪਣੇ ਜੋ ਆਨੰਦ ਮਹਿਮਾ ਜੋ ਤੂੰ ਸਾਡੇ ਲਈ ਤਿਆਰ ਕੀਤਾ ਹੈ ਉਹਦੇ ਲਈ ਅਸੀਂ ਯੋਗ ਬਣ ਜਾਈਏ। ਪਿਆਰੇ ਖੁਦਾ, ਤੇਰੇ ਇਹ ਸਿੱਖਿਆਵਾਂ ਸਵੀਕਾਰ ਕਰਨ ਵਾਲੇ ਸਭ ਲੋਕਾਂ ਨੂੰ, ਉਹਨਾਂ ਦੇ ਪਰਿਵਾਰ ਨੂੰ ਆਸ਼ ਤੇ ਬਰਕਤ ਦੇ ਅਤੇ ਹਰ ਕਿਸਮ ਦੀ ਬੁਰਾਈਆਂ ਦੇ ਵਿੱਚੋਂ, ਗਲਤ ਸਿੱਖਿਆਵਾਂ ਦੇ ਵਿੱਚ ਬਚਾ ਕੇ ਰੱਖ ਅਤੇ ਵਿਸ਼ਵਾਸ ਦੀ ਏਕਤਾ ਦੇ ਵਿੱਚ ਕਲੀਸਿਆ ਦੇ ਵਿੱਚ ਰਹਿ ਕੇ ਪ੍ਰਭੂ ਯਿਸੂ ਮਸੀਹ ਜੋ ਮਨੁੱਖ ਬਣਾ ਹੈ, ਜੋ ਮਨੁੱਖ ਬਣ ਕੇ ਉਸਨੇ ਆਪਣਾ ਬਦਨ ਅਤੇ ਲਹੂ ਸਾਨੂੰ ਦਿੱਤਾ ਹੈ, ਕਲੀਸਿਆ ਦੀ ਸੇਵਾ ਦੇ ਰਾਹੀਂ, ਪੁਰੋਹਿਤ ਦੀ ਸੇਵਾ ਦੇ ਰਾਹੀਂ, ਪਵਿੱਤਰ ਕੁਰਬਾਨੀ ਦੇ ਵਿੱਚ ਜੋ ਅਸੀਂ ਸਵੀਕਾਰ ਕਰਦਾ ਹੈ, ਸੱਚਾ ਬਦਨ ਅਤੇ ਸੱਚਾ ਲਹੂ ਰੋਟੀ ਅਤੇ ਦਾਖਰਸ ਦੇ ਰੂਪ ਦੇ ਵਿੱਚ ਜਦੋਂ ਅਸੀਂ ਸਵੀਕਾਰ ਕਰਦੇ ਹਾਂ, ਅਸੀਂ ਇਹਨਾਂ ਗੱਲਾਂ ਨੂੰ ਸਮਝੀਏ, ਮਜ਼ਬੂਤੀ ਦੇ ਨਾਲ ਵਿਸ਼ਵਾਸ ਦੀ ਜ਼ਿੰਦਗੀ ਬਿਤਾ ਸਕੀਏ। ਅਸੀਂ ਮੰਗਦੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਰਾਹੀਂ, ਆਮੀਨ। ਪੂਰੀ ਕੁਦਰਤ ਵਾਲੇ ਖੁਦਾ, ਬਾਪ ਅਤੇ ਬੇਟਾ ਤੇ ਰੂਹ ਪਾਕ ਤੇ ਆਸ਼ੀਸ਼ ਤੁਹਾਡੇ ਤੇ ਹੋਵੇ, ਆਮੀਨ। ਜੈ ਯਿਸੂ ਕੀ।